ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਹਜ਼ਾਰੇ ਪਾਤਸ਼ਾਹੀ ਦਸਵੀਂ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਰਾਮਕਲੀ ਪਾਤਸ਼ਾਹੀ ਦਸਵੀਂ। ਰੇ ਮਨ ਐਸੋ ਕਰ ਸੰਨਿਆਸਾ, ਬਨਸੇ ਸਦਨ ਸਵੇ ਕਰ ਸਮਝੋ, ਮਨ ਹੀ ਮਾਹੀ ਉਦਾਸਾ ਰਹਾਉ। ਜਤ ਕੀ ਜਟਾ ਜੋ ਕੋ ਮਜਨ, ਨੇਮ ਕੇ ਨਖਨ ਵਡਾਉ। ਗਿਆਨ ਗੁਰੂ ਆਤਮ ਉਪਦੇਸੋ, ਨਾਮ ਵਿਭੂਤ ਲਗਾਉ। ਅਲਪ ਆਹਾਰ ਸੁਲਭ ਸੀ ਨਿੰਦਰਾ, ਦਇਆ ਸ਼ਿਮਾ ਤਨ ਪ੍ਰੀਤ। ਸੀਲ ਸੰਤੋਖ ਸਦਾ ਨਿਰਵੈਭੋ, ਹੈਵੋ ਤ੍ਰੈ ਗੁਣ ਅਤੀਤ। ਕਾਮ ਕ੍ਰੋਧ ਹੰਕਾਰ ਲੋਭ ਹਠ, ਮੋਹ ਨ ਮਨ ਸਿਉ ਲਿਆਵੈ। ਤਬ ਹੀ ਆਤਮ ਤਤ ਕੋ ਦਰਸੇ, ਪਰਮ ਪੁਰਖ ਕਹਿ ਪਾਵੈ। ਸਤਿਗੁਰ ਸਮਝਾਉਂਦੇ ਆ ਦਸਵੀਂ ਪਾਤਸ਼ਾਹ। ਰੇ ਮਨ ਐਸੋ ਕਰ ਸੰਨਿਆਸਾ, ਬਨਸੇ ਸਦਨ ਸਭੇ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਪਿੱਛੇ ਤੋਂ ਜਿੰਨੀਆਂ ਵੀ ਪ੍ਰਚਲਿਤ ਮੱਤਾਂ ਚੱਲਦੀਆਂ ਆ ਰਹੀਆਂ ਨੇ, ਜਿੰਨੀਆਂ ਵੀ ਭਗਤੀਆਂ ਆਪਾਂ ਦੇਖਦੇ ਹਾਂ, ਸਤਿਗੁਰਾਂ ਨੇ ਸਮਝਾਈਆਂ, ਉਹ ਸਾਰੇ ਅਸੀਂ ਸਰੀਰ ਕਰਕੇ ਕਰਦੇ ਹਾਂ। ਜਿੰਨੇ ਵੀ ਧਰਮ ਕਰਮ ਸਾਰੇ ਸਰੀਰ ਕਰਕੇ, ਉਹ 'ਚੋਂ ਗਿਆਨ ਨਹੀਂ ਪੈਦਾ ਹੁੰਦਾ ਹੈਗਾ, ਭਰਮ ਜ਼ਰੂਰ ਪੈਦਾ ਹੋ ਜਾਂਦਾ। ਉਹੀ ਸਤਿਗੁਰ ਸਮਝਾਉਂਦੇ ਨੇ। ਰੇ ਮਨ ਐਸੋ ਕਰ ਸੰਨਿਆਸਾ, ਲੋਕ ਘਰ-ਬਾਰ ਛੱਡ ਕੇ ਜੰਗਲਾਂ ਨੂੰ ਚਲੇ ਜਾਂਦੇ ਸੀ। ਆਸਾ ਦੀ ਆਵਾਜ਼ ਸਤਿਗੁਰ ਸਮਝਾਉਂਦੇ ਨੇ। ਜਤੀ ਸਧਾਵੈ ਯੁਕਤ ਨਾ ਜਾਣੇ, ਛੱਡ ਵਹੇ ਘਰ-ਬਾਰ। ਯੁਕਤੀ ਨਹੀਂ ਸਮਝ ਆਈ। ਯੁਕਤੀ ਤਾਂ ਸਮਝ ਆਉਂਦੀ ਨਾ ਜੇ ਗਿਆਨ ਹੁੰਦਾ। ਗਿਆਨ ਸਾਨੂੰ ਗੁਰਸ਼ਬਦ 'ਚ ਹੋਣਾ ਸੀ। ਜਦ ਤੋਂ ਸੰਸਾਰ ਰਚਿਆ ਕੁਦਰਤ ਨੇ, ਭਗਤ ਬਾਣੀ ਇਹ ਨਾਲ ਚੱਲਦੀ ਆਈ ਹੈ। ਸਮੇਂ ਅਨੁਸਾਰ ਭਗਤ ਗੁਰੂ ਸਾਹਿਬਾਨ ਸੰਸਾਰ ਨੂੰ ਉਪਦੇਸ਼ ਦਿੰਦੇ ਆਏ ਨੇ। ਅੱਜ ਆਪਣੇ ਕੋਲੇ ਸ੍ਰੀ ਗੁਰੂ ਗ੍ਰੰਥ ਸਾਹਿਬ, ਗੁਰੂ ਭਗਤ ਸਾਹਿਬਾਨਾਂ ਦਾ ਬਹੁਤ ਵੱਡਾ ਇੱਕ ਉਪਦੇਸ਼ ਹੈ, ਜਿਹਨੂੰ ਬਾਣੀ ਵਿੱਚ ਗੁਰ ਉਪਦੇਸ਼ ਕਿਹਾ ਹੈ। ਉਹੀ ਸਤਿਗੁਰਾਂ ਨੇ ਸਮਝਾਇਆ। ਗਿਆਨ ਗੁਰੂ, ਪਹਿਲਾਂ ਸਾਨੂੰ ਗੁਰਸ਼ਬਦ 'ਚੋਂ ਗਿਆਨ ਹੋਊਗਾ। ਗਿਆਨ ਤੋਂ ਬਾਅਦ ਫਿਰ ਗੁਰੂ ਦਾ ਦਰਸ਼ਨ ਹੁੰਦਾ, ਜਿਹਨੂੰ ਬਾਣੀ ਵਿੱਚ ਆਪਾਂ ਰੋਜ਼ ਵੀ ਗੁਰੂ ਘਰਾਂ ਦੇ ਵਿੱਚ ਸੁਣਦੇ ਹਾਂ। ਦਰਸ਼ਨ ਪਰਸੀਏ ਗੁਰੂ ਕੇ, ਜਨਮ ਮਰਨ ਦੁੱਖ ਜਾਏ। ਉਹ ਅਵਸਥਾ 'ਚ ਜਾ ਕੇ ਸਾਡਾ ਜਿਹੜਾ ਹੈਗਾ ਸੰਸਾਰ ਤੋਂ, ਜੰਮਣ ਮਰਨ ਤੋਂ ਛੁਟਕਾਰਾ ਹੋਣਾ ਵਾ। ਪਰ ਪਹਿਲਾਂ ਅਸੀਂ ਜਿਹੜਾ ਹੈਗਾ ਵਾ ਇਹ ਗੁਰਸ਼ਬਦ ਦੀ ਕਮਾਈ ਕਰਨੀ ਹੈ। ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਅਸੀਂ ਚੱਲਣਾ ਵਾ। ਨਦੀਆਂ ਪਵੇ ਸਮੁੰਦਰ ਨਾ ਜਾਣੀਏ। ਨਦੀਆਂ ਨਾਲੇ ਸਮੁੰਦਰ ਨੂੰ ਨਹੀਂ ਜਾਣਦੇ, ਲੇਕਿਨ ਕਿਤੇ ਸਮੁੰਦਰ 'ਚ ਜਾ ਕੇ ਲੈਅ ਹੋ ਜਾਂਦੇ ਨੇ। ਇਵੇਂ ਗੁਰਸਿੱਖ ਗੁਰਸ਼ਬਦ ਦੀ ਜਿਹੜੀ ਕਮਾਈ ਕਰਦੇ ਨੇ, ਉਹ ਆਪਦੇ ਘਰ ਪਹੁੰਚ ਜਾਂਦੇ ਨੇ। ਉਹ ਗੁਰੂ ਰੂਪ ਹੀ ਹੋ ਜਾਂਦੇ ਨੇ। ਉਹ ਆਪਾਂ ਕਰਨਾ ਵਾ। ਪਰ ਇਹ ਆਪਾਂ ਨੂੰ ਪ੍ਰਾਪਤੀ ਤਾਂ ਹੋਊਗੀ ਜੇ ਬਾਣੀ ਨੂੰ ਆਪਾਂ ਸੱਤ ਕਰਕੇ ਮੰਨਾਂਗੇ। ਜੋ ਗ੍ਰੰਥ ਸਾਹਿਬ ਦੇ ਵਿੱਚ ਸਤਿਗੁਰਾਂ ਦੇ ਵਚਨ ਨੇ, ਉਹਨੂੰ ਸੱਤ ਕਰਕੇ ਮੰਨਣਾ ਹੈ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੂ, ਗੁਰ ਸਿੱਖੋ ਕਰਤਾ ਮੁੱਖੋਂ ਆਪ ਕਢਾਵੇ। ਜੇ ਆਪਾਂ ਭਗਤ ਕਬੀਰ ਜੀ ਦਾ ਸ਼ਲੋਕ ਲਈਏ, ਬਚਨ ਲਈਏ ਉਹਨਾਂ ਨੇ ਵੀ ਆਪਾਂ ਨੂੰ ਇਹੀ ਸਮਝਾਇਆ। ਗੱਗਾ ਗੁਰ ਕੇ ਬਚਨ ਪਛਾਨਾ, ਦੂਜੀ ਬਾਤ ਨਾ ਧਰਨੀ ਕਰਨਾ। ਭਗਤ ਕਬੀਰ ਜੀ ਇਹ ਕਹਿੰਦੇ ਨੇ ਵੀ ਜਿਹੜੇ ਗੁਰਸਿੱਖੀ ਮਾਰਗ 'ਤੇ ਚੱਲਣਗੇ, ਗੁਰੂ ਗ੍ਰੰਥ ਸਾਹਿਬ ਨੂੰ, ਗੁਰ ਉਪਦੇਸ਼ ਨੂੰ ਸੱਤ ਕਰਕੇ ਮੰਨਣਗੇ, ਉਹੀ ਪਾਰ ਨਿਕਲਣਗੇ। ਸੰਸਾਰ ਦੀਆਂ ਮੱਤਾਂ ਜਿੰਨੀਆਂ ਵੀ ਆਪਾਂ ਦੇਖਦੇ ਹਾਂ, ਸਾਰੇ ਆਪਾਂ ਨੂੰ ਗੁਰੂ ਸਾਹਿਬਾਨਾਂ ਨੇ ਸਮਝਾਇਆ। ਫਾਸਨ ਕੀ ਵਿਧ ਸਭ ਕੋ ਜਾਣੇ, ਛੂਟਣ ਕੀ ਇੱਕ ਕੋਈ। ਫਸਣ ਦੀ ਤਾਂ ਸਾਰੇ ਹੀ ਜਾਣਦੇ ਨੇ, ਉਹ ਤੋਂ ਆਪਾਂ ਕੀ ਲੈਣਾ, ਉਹ ਤਾਂ ਦਿੰਦਾ ਹੀ ਆਪਾਂ ਨੂੰ। ਫਸੇ ਆਪਾਂ ਨਿਕਲਣਾ ਕਿਵੇਂ ਆ? ਗੁਰ ਕੀ ਮੱਤ ਲੈ ਕੇ। ਗੁਰ ਕੀ ਮੱਤੂ ਲਿਹੋ ਆਣੇ, ਭਗਤੀ ਬਿਨਾ ਵੇ ਡੂਬੇ ਸਿਆਣੇ। ਆਪਾਂ ਗੁਰ ਕੀ ਮੱਤ ਲੈਣੀ ਹੈ, ਭਾਵ ਗਿਆਨ ਮੱਤ ਲੈਣੀ ਹੈ। ਸਾਡੀ ਮੱਤ ਦਾ ਤਿਆਗ ਕਰਨਾ, ਇਹੀ ਭਗਤੀ ਹੈ।
ਆਸਾ ਕਰੀਏ ਰਾਮ ਕੀ ਅਵਰੇ ਆਸ ਨਿਰਾਸ। ਸਤਿਗੁਰਾਂ ਦੇ ਵਚਨ ਨੇ। ਜਿੰਨੀਆਂ ਵੀ ਅਸੀਂ ਸੰਸਾਰੀ ਇੱਛਾ ਪੈਦਾ ਕਰਦੇ ਹਾਂ, ਨਿਰਾਸ਼ ਰਹਿਣੇ ਇੱਕ ਹੋ ਜਾਂਦੀ ਹੈ ਪੂਰੀ, ਦੂਜੀ ਫਿਰ ਸ਼ੁਰੂ ਹੋ ਜਾਂਦੀ ਹੈ। ਇੱਥੇ ਕੀ ਹੈ, ਜੇ ਆਪਾਂ ਰਾਮ ਦੀ, ਆਪਦੇ ਮੂਲ ਦੀ ਆਤਮਾ, ਪ੍ਰਾਤਮਾ ਦੀ ਇੱਛਾ ਕਰਦੀ ਹੈ, ਇੱਕ ਦਿਨ ਉਹ 'ਚ ਲੈ ਹੋ ਜਾਂਦੀ ਹੈ, ਇਹਦੀ ਗਤੀ ਹੋ ਜਾਂਦੀ ਹੈ। ਜਿਹੜਾ ਗਿਆਨ ਦਾ ਵਿਕਾਸ ਹੁੰਦਾ ਗੁਰਸ਼ਬਦ 'ਚੋਂ ਗਿਆਨ ਸਾਨੂੰ ਮਿਲਦਾ, ਉਹੀ ਗਤੀ ਹੈ ਇਹਦੀ। ਅਸੀਂ ਸਰੀਰ ਦੀ ਗਤੀ ਕਰਦੇ ਹਾਂ, ਸਾਰੀ ਧਰਮ ਕਰਦੇ ਹਾਂ, ਪਰ ਸਾਨੂੰ ਗਿਆਨ ਹੀ ਨਹੀਂ ਹੈਗਾ। ਉਹੀ ਸਤਿਗੁਰਾਂ ਨੇ ਸਾਨੂੰ ਸਮਝਾਇਆ, ਰੇ ਮਨ ਐਸੋ ਕਰ ਸੰਨਿਆਸਾ, ਬਨਸੇ ਸਦਨ ਸਭੇ ਕਰ ਸਮਝੋ। ਜਿੱਥੇ ਤੂੰ ਰਹਿਣਾ ਉਹਨੂੰ ਹੀ ਜੰਗਲ ਸਮਝ। ਸਮਾਧੀ ਤਾਂ ਅਸੀਂ ਮਨ ਦੀ ਲਾਉਣੀ ਹੈ, ਅਸੀਂ ਸਰੀਰ ਕਰਕੇ ਲਾਉਣ ਲੱਗ ਗਏ। ਉਹਦੇ ਵਿੱਚੋਂ ਕੀ ਪੈਦਾ ਹੋਇਆ? ਅਨਕ ਤਪੱਸਿਆ ਕਰੇ ਹੰਕਾਰ। ਸਤਿਗੁਰਾਂ ਨੇ ਸਮਝਾਇਆ ਸਾਨੂੰ, ਅਨੇਕਾਂ ਉਪਦੇਸ਼ ਦੇ ਕੇ ਬਾਣੀ ਸਾਨੂੰ ਸਮਝਾ ਰਹੀ ਹੈ ਕਿ ਜੀਵ ਦਾ ਸੰਸਾਰ 'ਤੇ ਆਉਣਾ ਸਫਲ ਹੋ ਜਾਵੇ। ਸਫਲ ਸਾਡਾ ਤਾਈਓ ਹੋਊਗਾ ਜੇ ਅਸੀਂ ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਚੱਲਾਂਗੇ। ਸਮਾਧੀ ਅਸੀਂ ਮਨ ਦੀ ਲਾਉਣੀ ਹੈ, ਅਸੀਂ ਸਰੀਰ ਦੀ ਲਾਉਣ ਲੱਗ ਗਏ। ਉਹ 'ਚੋਂ ਕੀ ਪੈਦਾ ਹੋਇਆ? ਉਹ 'ਚੋਂ ਹੰਕਾਰ ਪੈਦਾ ਹੋਇਆ। ਅਨਕ ਤਪੱਸਿਆ ਕਰੇ ਹੰਕਾਰ। ਗਿਆਨ ਤਾਂ ਪੈਦਾ ਨਹੀਂ ਹੋਇਆ, ਉਹ 'ਚੋਂ ਹੰਕਾਰ ਪੈਦਾ ਹੋ ਗਿਆ। ਹੰਕਾਰ ਹੀ ਫਿਰ ਕਾਲ ਹੈ। ਜੰਮਣ ਮਰਨ ਤੋਂ ਛੁਟਕਾਰਾ ਪਾਉਣਾ ਤਾਂ ਆਪਾਂ ਨੂੰ ਗੁਰਸ਼ਬਦ ਦੀ ਕਮਾਈ ਕਰਨੀ ਪਊਗੀ, ਉਹਦੀ ਰਹਿਮਤ ਲੈਣੀ ਹੈ, ਉਹੀ ਤਾਂ ਆਪਾਂ ਅਰਦਾਸ ਕਰਨੀ ਹੈ। ਨਾਮ ਖਾਤਰ ਆਪਾਂ ਨੂੰ ਇਹ ਜੀਵਨ ਮਿਲਿਆ ਹੈ। ਬਿਨ ਤੁਧ ਜੇ ਹੋਰ ਮੰਗਣਾ, ਸਿਰ ਦੁੱਖਾਂ ਕੇ ਦੁੱਖ, ਦੇ ਨਾਮ ਸੰਤੋਖੀਏ, ਉਤਰੇ ਮਨ ਕੀ ਭੁੱਖ। ਮਨ ਦੀ ਭੁੱਖ ਕੀ ਹੈ? ਨਾਮ। ਅਸੀਂ ਸਰੀਰ ਦੀ ਖੁਰਾਕ ਆਤਮਾ ਨਾਲ ਜੋੜ ਲਈ, ਮਨ ਬੁੱਧੀ ਨਾਲ ਜੋੜ ਲਈ, ਇਸ ਕਰਕੇ ਤਾਂ ਉਹ ਭੁੱਖਾ ਰਹਿੰਦਾ, ਉਹਦੀ ਗਤੀ ਨਹੀਂ ਹੁੰਦੀ। ਅਸੀਂ ਸਰੀਰ ਦੇ ਲੰਗਰ ਭੰਡਾਰੇ ਸੰਸਾਰ ਦੇ ਵਿੱਚ ਬਹੁਤ ਉਪਰਾਲੇ ਕਰਦੇ ਹਾਂ, ਪਰ ਉਹ ਸਰੀਰ ਕਰਕੇ ਹੀ ਰਹਿ ਜਾਂਦੇ ਨੇ। ਇਹ ਕਰਮ ਕੀ ਹੈ? ਇਹ ਆਤਮਾ ਕਰਕੇ ਹੈ। ਉਹੀ ਸਤਿਗੁਰ ਸਮਝਾਉਂਦੇ ਨੇ, ਰੇ ਮਨ ਐਸੋ ਕਰ ਸੰਨਿਆਸਾ, ਬਨਸੇ ਸਦਨ ਸਭੇ ਕਰ ਸਮਝੋ, ਮਨ ਹੀ ਮਾਹਿ ਉਦਾਸਾ। ਮਨ ਕਿਵੇਂ ਥਿਰ ਹੋਵੇ? ਗੁਰ ਸ਼ਬਦ ਨਾਲ। ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਈ। ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋ। ਪਾਣੀ ਤੋਂ ਬਿਨਾਂ ਘੜਾ ਨਹੀਂ ਬਣਦਾ, ਘੜੇ ਤੋਂ ਬਿਨਾਂ ਪਾਣੀ ਨਹੀਂ ਰੁਕਦਾ, ਗਿਆਨ ਤੋਂ ਬਿਨਾਂ ਮਨ ਨਹੀਂ ਟਿਕਦਾ, ਗਿਆਨ ਗੁਰ ਸ਼ਬਦ ਤੋਂ ਬਿਨਾਂ ਨਹੀਂ ਹੋਣਾ। ਉਹੀ ਸਾਨੂੰ ਗੁਰਬਾਣੀ 'ਚ ਬਾਰ-ਬਾਰ ਸਮਝਾਇਆ ਗਿਆ। ਨਾਮ ਦੀ ਮਹਿਮਾ ਆਪਾਂ ਸਾਰੇ ਹੀ ਕਰਦੇ ਹਾਂ। ਸਾਰੇ ਗ੍ਰੰਥ ਜਿੰਨੇ ਵੀ ਸੰਸਾਰ 'ਚ ਨੇ, ਮਹਿਮਾ ਨਾਮ ਦੀ ਕਰਦੇ। ਨਾਮ ਤਾਂ ਸਾਨੂੰ ਗੁਰੂ ਭਗਤਾਂ ਦੇ ਉਪਦੇਸ਼ ਤੋਂ ਹੀ ਪਤਾ ਲੱਗੂਗਾ ਵੀ ਨਾਮ ਹੈ ਕੀ ਹੈ, ਕਿਵੇਂ ਪ੍ਰਾਪਤੀ ਕਰਨੀ ਹੈ। ਰਹਾਓ ਜਤ ਕੀ ਜਟਾ, ਜੋਗ ਕੋ ਮਜਨ, ਨੇਮ ਕੇ ਨਖਨ ਬੜਾਓ। ਜਿੰਨੀ ਆਪਾਂ ਪਿੱਛੇ ਵੀ ਵਿਚਾਰ ਕੀਤੀ ਹੈ ਵੀ ਜਿੰਨੀਆਂ ਵੀ ਪ੍ਰਚਲਿਤ ਮੱਤਾਂ ਆਪਾਂ ਪਿੱਛੇ ਕਰਦੇ ਆਏ ਹਾਂ ਔਰ ਕਰਦਾ ਹੀ ਰਹੂਗਾ ਸੰਸਾਰ, ਜਦ ਤੱਕ ਕਿਰਪਾ ਰਹਿਮਤ ਕੁਦਰਤ ਦੀ ਨਹੀਂ ਹੁੰਦੀ, ਗੁਰ ਸ਼ਬਦ ਦਾ ਗਿਆਨ ਨਹੀਂ ਹੁੰਦਾ। ਗਿਆਨ ਤੋਂ ਬਿਨਾਂ ਖੇਲ ਹੀ ਨਹੀਂ ਸਮਝ ਆਉਂਦੀ ਹੈਗੀ। ਗਿਆਨ ਉਹਦੀ ਕਿਰਪਾ ਨਾਲ ਹੋਣਾ। ਕਿਰਪਾ ਤਾਂ ਹੋਊਗੀ ਜੇ ਆਪਾਂ ਇਹੀ ਬੇਨਤੀ ਅਰਦਾਸ ਕਰਾਂਗੇ। ਅਰਦਾਸ ਵੀ ਕਰਦੇ ਹਾਂ ਗੁਰੂ ਘਰਾਂ 'ਚ ਰੋਜ਼ ਆਪਾਂ, ਸਈ ਪਿਆਰਿਆਂ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤ ਆਵੇ। ਇਹੀ ਅਰਦਾਸ ਕਰਨੀ ਹੈ। ਸਤਿਗੁਰਾਂ ਦੇ ਦਰਸਾਏ ਰਾਹ 'ਤੇ ਚੱਲਣਾ ਵਾ, ਉਹਦੀ ਕਿਰਪਾ ਬਣੀ ਰਹੇ, ਫਿਰ ਇਹ ਖੇਲ ਸਮਝ ਆਉਂਦੀ ਹੈ। ਪਿੱਛੇ ਪ੍ਰਚਲਿਤ ਮੱਤਾਂ ਆਪਾਂ ਦੇਖਦੇ ਆਏ ਹਾਂ, ਸਰੀਰ ਕਰਕੇ ਭੇਖ ਨੂੰ ਪੂਰਨ ਮੰਨ। ਅਸੀਂ ਵੀ ਸਰੀਰ ਰੂਪ ਕਰਕੇ ਪੂਰੇ ਹੋ ਜਾਂਦੇ ਹਾਂ। ਗੁਰਸਿੱਖ ਅਸੀਂ ਸਰੀਰ ਕਰਕੇ ਤਾਂ ਹੈਗੇ ਹਾਂ, ਪਰ ਆਤਮਾ ਕਰਕੇ ਬਣਨਾ। ਆਸਾ ਦੀ ਬਾਤ ਸਤਿਗੁਰਾਂ ਨੇ ਸਮਝਾਇਆ, ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲੰਘਾਵੇ ਪਾਰ। ਉਹ ਸਿੱਖ ਜਿਹੜੇ ਗੁਰੂ ਨਾਲ ਵਿਚਾਰ ਕਰਦੇ ਨੇ, ਭਾਣੇ ਅਨੁਸਾਰ ਚੱਲਦੇ ਨੇ, ਉਹ ਪਾਰ ਨਿਕਲ ਜਾਂਦੇ ਨੇ। ਪਾਰ ਅਪਾਰ ਪ੍ਰੀਤਮ ਗੁਰ ਸ਼ਬਦ ਲੰਘਾਵੇ। ਗੁਰ ਸ਼ਬਦ ਦਾ ਗਿਆਨ ਇਹੋ ਜਿਹਾ ਹੈ, ਕਿੰਨਾ ਵੀ ਮਨੁੱਖ ਬੁਰਾ ਹੋਵੇ ਉਹਦੀਆਂ ਬੁਰਾਈਆਂ ਦੂਰ ਹੋ ਜਾਂਦੀਆਂ। ਆਪਾਂ ਆਸਾ ਦੀ ਵਾਰ ਸਤਿਗੁਰਾਂ ਦੇ ਵਚਨ ਲੈ ਲੈਂਦੇ ਹਾਂ, ਬਲਿਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨਾ ਲਾਗੀ ਵਾਰ। ਗੁਰ ਸ਼ਬਦ ਦਾ ਗਿਆਨ ਇਹੋ ਜਿਹਾ ਹੈ, ਮਨੁੱਖ ਕਿੰਨਾ ਵੀ ਬੁਰਾ ਹੋਵੇ ਉਹਦੀਆਂ ਬੁਰਾਈਆਂ ਦੂਰ ਕਰ ਦਿੰਦਾ, ਦੇਵਤਾ ਬਣਾ ਦਿੰਦਾ ਵਾ। ਫਿਰ ਆਪਾਂ ਐਸੇ ਗੁਰ ਸ਼ਬਦ ਨੂੰ ਛੱਡ ਦਈਏ, ਅਭਾਗੇ ਹੀ ਹਾਂ। ਫਿਰ ਆਪਾਂ ਗੁਰਬਾਣੀ ਨੂੰ ਵਿਚਾਰਨਾ ਵਾ, ਬਾਣੀ ਨੂੰ ਸੱਤ ਕਰਕੇ ਮੰਨਣਾ। ਉਹੀ ਗੁਰਸਿੱਖ ਹੈ ਜਿਹੜਾ ਉਹਦੇ ਭਾਣੇ 'ਚ ਰਹਿੰਦਾ ਹੈ। ਅੱਗੇ ਸਤਿਗੁਰ ਕੀ ਸਮਝਾਉਂਦੇ ਆ, ਗਿਆਨ ਗੁਰੂ ਆਤਮ ਉਪਦੇਸ਼ੋ, ਨਾਮ ਭਬੂਤ ਲਗਾਓ। ਬਾਣੀ ਗੁਰ ਉਪਦੇਸ਼ ਹੈ, ਗਿਆਨ ਦਾ ਉਪਦੇਸ਼ ਹੈ। ਆਪਾਂ ਇਹਦੇ ਧਾਰਨੀ ਬਣਨਾ ਵਾ, ਫਿਰ ਆਪਾਂ ਨੂੰ ਗੁਰੂ ਦਾ ਦਰਸ਼ਨ ਹੋਣਾ। ਜੋ ਚੌਪਈ ਸਾਹਿਬ ਸਤਿਗੁਰਾਂ ਨੇ ਸਮਝਾਇਆ ਆਪਾਂ ਨੂੰ, 10ਵੇਂ ਪਾਤਸ਼ਾਹ ਨੇ, ਦਰਸ਼ਨ ਪਰਸੀਏ ਗੁਰੂ ਕੇ, ਜਨਮ ਮਰਨ ਦੁੱਖ ਜਾਏ। ਫਿਰ ਸਾਡਾ ਸੰਸਾਰ ਤੋਂ ਛੁਟਕਾਰਾ ਹੋਣਾ। ਜਿੱਥੇ ਅਸੀਂ ਬੈਠੇ ਹਾਂ, ਇਹਨੂੰ ਬਾਣੀ ਵਿੱਚ ਮ੍ਰਿਤ ਲੋਕ ਕਿਹਾ ਗਿਆ। ਮਰਨ ਲਿਖਾਏ ਮੰਡਲ ਮੇ ਆਏ, ਜੀਵਨ ਸਾਜੇ ਆਏ। ਜਦੋਂ ਦੇਵਲੋਕ 'ਚੋਂ ਅਸੀਂ ਆਉਂਦੇ ਹਾਂ, ਹੁਕਮ ਹੁੰਦਾ, ਜੀਵ ਜਨਮ ਲੈਂਦਾ ਹੈ। ਲਿਵ ਸੁੜਕੀ ਲੱਗੀ ਤ੍ਰਿਸ਼ਨਾ ਮਾਇਆ, ਅਮਰ ਵਰਤਾਇਆ। ਅਸੀਂ ਜਨਮ ਲੈਂਦੇ ਹਾਂ ਸਰੀਰ ਕਰਕੇ। ਉਸ
ਤੋਂ ਬਾਅਦ ਸਾਡੇ ਮਾਇਆ ਦੇ ਰਿਸ਼ਤੇ ਬਣ ਜਾਂਦੇ ਆ। ਫਿਰ ਇਹ ਮ੍ਰਿਤ ਲੋਕ ਇੱਥੇ ਆ ਕੇ ਅਸੀਂ ਭੁੱਲ ਜਾਂਦੇ ਹਾਂ। ਭੁੱਲਿਆਂ ਗੁਰਦੇ ਸਮਝਾਏ, ਹੁਣ ਸਾਨੂੰ ਗੁਰੂ ਨੇ ਫਿਰ ਸਮਝਾ ਦੇਣਾ, ਫਿਰ ਅਸੀਂ ਆਪਦੇ ਘਰ ਜਾਣਾ। ਜਿਨੀ ਨਾਮ ਧਿਆਇਆ ਗਏ ਮੁਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਸਤਿਗੁਰ ਸਮਝਾਉਂਦੇ ਨੇ ਵੀ ਜਿਨ੍ਹਾਂ ਨੂੰ ਗਿਆਨ ਹੋ ਜਾਂਦਾ, ਗਿਆਨ ਹੀ ਫਿਰ ਧਿਆਨ ਬਣ ਜਾਂਦਾ। ਧਿਆਨ ਦੀ ਦੁਨੀਆ ਉਹ, ਸਾਨੂੰ ਗਿਆਨ ਤਾਂ ਹੈ ਨਹੀਂ, ਧਿਆਨ ਕਿਵੇਂ ਲਾਵਾਂਗੇ? ਬਾਣੀ ਸਾਨੂੰ ਇੱਕ ਦਾ ਗਿਆਨ ਕਰਾਉਂਦੀ ਹੈ। ਇਹ ਜੀਵ ਇੱਕ ਹੁਣ ਆਇਆ, ਇਹ ਜੁਗਮੀ ਏਕੇ ਕੋ ਆਇਆ, ਜਨਮਤ ਮੋਇਆ ਮੂਣੀ ਮਾਇਆ। ਆਪਦੀ ਮੱਤ ਨਾਲ ਨਹੀਂ ਅਸੀਂ ਪਾਰ ਨਿਕਲ ਸਕਦੇ, ਅਸੀਂ ਗੁਰ ਕੀ ਮੱਤ ਲੈਣੀ ਹੈ। ਸਤਿਗੁਰਾਂ ਦੀ ਵਚਨ ਆਪਾਂ ਲੈਂਦੇ ਹਾਂ। ਮਨ ਰੇ ਹਉਮੈ ਮੋਹ ਦੁਖ ਭਾਰੀ, ਇਹ ਭਉਜਲ ਜਗਤ ਨ ਜਾਈ ਤਰਣਾ, ਗੁਰਮੁਖ ਤਰ ਹਰ ਤਾਰੀ। ਇਹ ਗੁਰ ਕੀ ਮੱਤ ਨਾਲ ਆਪਾਂ ਤਰਨਾ ਹੈ, ਪਾਰ ਨਿਕਲਣਾ ਹੈ ਆਤਮਾ ਨੇ। ਬਾਣੀ ਹਰ ਕਥਾ ਹੈ, ਸਭ ਤੋਂ ਉੱਤਮ ਹਰ ਕੀ ਕਥਾ। ਨਾਮ ਸੁਣਤ ਦਰ ਦੁਖ ਲੱਥਾ, ਨਾਮ ਨੂੰ ਸਮਝਦੇ ਸਮਝਦੇ ਸਾਡਾ ਸਾਰਾ ਹੀ ਜੀਵਨ ਸਫਲ ਹੋ ਜਾਂਦਾ। ਸੰਸਾਰ 'ਤੇ ਆਉਣਾ, ਦੁੱਖਾਂ ਤੋਂ ਛੁਟਕਾਰਾ ਹੋ ਜਾਂਦਾ। ਕੋਈ ਸਤਿਗੁਰ ਸਮਝਾਉਂਦੇ ਨੇ, ਗਿਆਨ ਗੁਰੂ ਆਤਮ ਉਪਦੇਸੋ, ਨਾਮ ਪਬੂਤ ਲਗਾਓ। ਜਿੰਨੀਆਂ ਪਿਛਲੀਆਂ ਮੱਤਾਂ ਆਪਾਂ ਹੁਣ ਵਿਚਾਰਨ ਲੱਗਾਂਗੇ ਤਾਂ ਬਹੁਤ ਵੱਡਾ ਫਿਰ ਇਹਦਾ ਵਿਚਾਰ ਹੋ ਜੂ, ਉਹ ਆਪਾਂ ਨਹੀਂ ਕਰਨਾ ਵਾ। ਆਪਾਂ ਸਤਿਗੁਰਾਂ ਦੇ ਵਚਨ ਲੈਣੇ ਨੇ ਵੀ ਨਾਮ ਦੀ ਪ੍ਰਾਪਤੀ ਕਿਵੇਂ ਹੋਵੇ। ਅਲਪ ਆਹਾਰ ਸੁਲਭਸੀ ਨਿੰਦਰਾ, ਦਿਆ ਸਿਮਾ ਤਨ ਪ੍ਰੀਤ। ਜਿਹੜੀ ਇਹ ਦਿਆ ਵਾ, ਦਾਨ ਹੈ, ਪੁੰਨ ਆਪਾਂ ਨੂੰ ਬਾਣੀ ਸਮਝਾਇਆ ਗਿਆ ਵਾ ਅਨੇਕਾਂ ਉਪਦੇਸ਼ ਦੇ ਕੇ। ਪੁੰਨ ਦਾਨ ਜੋ ਬੀਜ ਦੇ, ਸਭ ਧਰਮ ਰਾਏ ਕੇ ਜਾਏ। ਜੀਵ ਸੰਸਾਰ ਦੇ ਵਿੱਚ ਆਇਆ, ਕੁਛ ਨਹੀਂ ਇਹਦੇ ਕੋਲੇ ਸੀਗਾ, ਖਾਲੀ ਹੱਥ ਆਇਆ। ਇਹ ਬੁੱਧੀ ਲੈ ਕੇ ਆਇਆ, ਨਿਰਮਲ ਬੁੱਧੀ, ਉਹ ਇਹ ਖੋ ਲੈਂਦਾ ਇੱਥੇ ਆ ਕੇ। ਆਪਾਂ ਸਤਿਗੁਰਾਂ ਦੇ ਵਚਨ ਲੈ ਲੈਂਦੇ ਹਾਂ ਸੁਖਮਨੀ ਸਾਹਿਬ ਦੇ। ਕੌਣ ਬਸਤ ਆਈ ਤੇਰੇ ਸੰਗ, ਹੇ ਜੀਵ ਕੀ ਆਇਆ ਤੇਰੇ ਨਾਲ। ਸਤਿਗੁਰ ਸਮਝਾਉਂਦੇ ਨੇ, ਦੱਸ ਤੂੰ ਜਿਹੜਾ ਰੌਲਾ ਪਾਉਣਾ, ਕਲਪਨਾ ਕਰਦਾ ਵਾ, ਕੀ ਲੈ ਕੇ ਤੂੰ ਇੱਥੇ? ਸਾਰਾ ਕੁਛ ਤਾਂ ਤੈਨੂੰ ਨਹੀਂ ਦਿੱਤਾ ਕੁਦਰਤ ਨੇ। ਨਾਨਕ ਜਨ ਤੋਂ ਪਾਏ ਕੇ ਸੰਭਾਲੇ ਸਭਨਾ, ਜਿੰਨੇ ਜੀਵ ਜੰਤ ਕੁਦਰਤ ਨੇ ਪੈਦਾ ਕੀਤੇ, ਸਾਰਿਆਂ ਦੀ ਸੰਭਾਲ ਵੀ ਕਰਦਾ। ਅਸੀਂ ਵਿਰੋਧ ਕਿਉਂ ਕਰਦੇ ਹਾਂ? ਸਾਨੂੰ ਗਿਆਨ ਨਹੀਂ ਹੈਗਾ। ਹੁਣ ਸਾਨੂੰ ਗਿਆਨ ਹੋਣਾ ਗੁਰ ਸ਼ਬਦ ਤੋਂ, ਫਿਰ ਸਾਨੂੰ ਸਮਝ ਆਉਣੀ ਹੈ ਵੀ ਸਾਡਾ ਸੰਸਾਰ 'ਚ ਆਉਣ ਦਾ ਕੀ ਕਾਰਨ ਹੈ। ਕਿਸ ਕਾਰਨ ਤੁਮ ਜਗ ਆਏ ਪਾਈ, ਆਇਆ ਸੁਣ ਪੰਡ ਕੋ ਬਾਣੀ, ਨਾਮ ਵਿਸਾਰ ਲਗ ਲਾਲਚ, ਬਿਰਥਾ ਜਨਮ ਪ੍ਰਾਣੀ। ਬਾਣੀ ਜਿੰਨੇ ਵੀ ਗੁਰੂ ਭਗਤ ਸਾਹਿਬਾਨਾਂ ਦੀ ਦਰਜ ਹੈ, ਦਸਵੇਂ ਪਾਤਸ਼ਾਹ ਦੇ ਆਪਾਂ ਵਿਚਾਰ ਕਰ ਰਹੇ ਹਾਂ, ਸਾਰਿਆਂ ਦੀ ਇੱਕ ਹੀ ਗੱਲ ਹੈ, ਸਾਰਿਆਂ ਦੀ ਇੱਕ ਮੱਤ ਹੈ, ਗੁਰ ਕੀ ਮੱਤ ਹੈ। ਸੰਸਾਰ 'ਚ ਮੱਤਾਂ ਵੱਖਰੀਆਂ ਵੱਖਰੀਆਂ ਹੁੰਦੀਆਂ, ਆਪਣੀ ਆਪਣੀ ਸੋਚ ਘਰ 'ਚ ਨਹੀਂ ਰਲਦੀ ਹੈਗੀ। ਆਪਣੀ ਇੱਕ ਮੱਤ ਕਰਨੀ ਹੈ। ਗੁਰ ਕੀ ਮੱਤ ਤੋਂ ਭਾਵ ਹੈ ਅਸੀਂ ਗੁਰ ਕੀ ਮੱਤ ਲੈਣੀ ਹੈ, ਜੋ ਗਿਆਨ ਮੱਤ ਪੈਦਾ ਹੋਣੀ ਆ। ਭਗਤ ਕਬੀਰ ਦਾ ਸਲੋਕ ਹੈ, ਆਪਾਂ ਲੈ ਲੈਂਦੇ ਹਾਂ। ਉਪਜਿਆ ਸਹਿਜ ਗਿਆਨ ਮਤ ਜਾਗੀ। ਭਗਤ ਕਬੀਰ ਜੀ ਕਹਿੰਦੇ ਨੇ ਕਿਵੇਂ ਪੈਦਾ ਹੁੰਦੀ ਹੈ, ਕਿਵੇਂ ਇਹਦੀ ਪ੍ਰਾਪਤੀ ਹੁੰਦੀ ਹੈ। ਜਦੋਂ ਅਸੀਂ ਗੁਰ ਸ਼ਬਦ ਦੀ ਵਿਚਾਰ ਕਰਦੇ ਹਾਂ, ਜੋ ਗਿਆਨ ਪੈਦਾ ਹੁੰਦਾ, ਫਿਰ ਮਨ ਟਿਕਣ ਲੱਗ ਜਾਂਦਾ ਵਾ, ਸਹਿਜ ਚਲਿਆ ਜਾਂਦਾ, ਜਿਹਨੂੰ ਦੇਵਲੋਕ ਕਿਹਾ, ਦਸਵਾਂ ਦੁਆਰ ਵੀ ਕਿਹਾ, ਹਰਦੁਆਰ ਵੀ ਕਿਹਾ। ਫਿਰ ਉੱਥੋਂ ਗਿਆਨ ਮਤ ਪੈਦਾ ਹੁੰਦੀ ਹੈ। ਜਦੋਂ ਆਤਮਾ ਪ੍ਰਾਤਮਾ ਇੱਕੋ ਕਰੇ, ਅੰਤਰ ਕੀ ਦੁਵਿਧਾ ਅੰਤਰ ਮਰੇ। ਜਦੋਂ ਮਨ ਬੁੱਧੀ ਅੰਤਰਾਤਮਾ ਪ੍ਰਾਤਮਾ ਦਾ ਦਰਸ਼ਨ ਕਰ ਲੈਂਦੇ ਨੇ, ਫਿਰ ਇੱਕ ਹੋ ਜਾਂਦੇ ਨੇ। ਫਿਰ ਇਹ ਜਿਹੜੀ ਹੈਗੀ ਆ, ਫਿਰ ਗਿਆਨ ਮਤ ਪੈਦਾ ਹੁੰਦੀ ਹੈ। ਸੁਖਮਨੀ ਸਾਹਿਬ ਸਤਿਗੁਰਾਂ ਦੇ ਆਪਾਂ ਬਚਨ ਲੈ ਲੈਣੇ, ਪ੍ਰਭ ਕੇ ਸਿਮਰਨ ਸਹਿਜ ਸਮਾਨੀ, ਪ੍ਰਭ ਕੇ ਸਿਮਰਨ ਹਰ ਗੁਣ ਮਾਨੀ। ਹਰੀ ਦੇ ਗੁਣ ਕਿਵੇਂ ਗਾ ਲਾਂਗੇ ਅਸੀਂ? ਸਹਿਜ 'ਚ ਹੀ ਨਹੀਂ ਗਏ ਅਸੀਂ, ਹਰ ਦਾ ਦਰਸ਼ਨ ਹੀ ਨਹੀਂ ਹੋਇਆ। ਬਾਣੀ ਹਰ ਦਰਸ਼ਨ ਹੈ, ਆਪਾਂ ਇਹ ਪ੍ਰਾਪਤੀ ਕਰਨੀ ਹੈ, ਫਿਰ ਹੀ ਆਪਾਂ ਹਰੀ ਦੇ ਗੁਣ ਗਾਵਾਂਗੇ। ਦਰਸ਼ਨ ਤੋਂ ਬਿਨਾਂ ਕਿਵੇਂ ਗਾਵਾਂਗੇ? ਦਰਸ਼ਨ ਹੋਣਾ ਮਨ ਬੁੱਧੀ ਨੂੰ, ਅਸੀਂ ਅੱਖਾਂ ਨਾਲ ਦਰਸ਼ਨ ਕਰਨਾ ਚਾਹੁੰਦੇ ਹਾਂ। ਉਹ ਤਾਂ ਪਿੱਛੇ ਪ੍ਰਚਲਿਤ ਮੱਤਾਂ ਸਾਰੀਆਂ ਹੀ ਕਰਦੀਆਂ ਆਈਆਂ। ਇੱਕ ਵੱਖਰੀ ਭਗਤੀ ਹੈ ਸੰਸਾਰ ਤੋਂ। ਭਗਤਾਂ ਤੈ ਸੰਸਾਰੀਆਂ ਜੋੜ ਕਦੇ ਨਾ। ਇਹ ਭਗਤ ਮਾਰਗ ਹੈ, ਵਿਕਾਸ ਮਾਰਗ ਹੈ, ਜਿਹੜੇ ਇੱਥੇ ਚੱਲਦੇ ਨੇ ਸੰਸਾਰ ਤੋਂ ਵੱਖਰੇ ਹੋ ਜਾਂਦੇ ਨੇ। ਉਹ ਸੰਸਾਰ ਕੰਨੀ ਉਹਨਾਂ ਨੂੰ ਪਿੱਠ ਕਰਨੀ ਪੈਂਦੀ ਹੈ। ਉਹੀ ਭਗਤ ਕਬੀਰ ਜੀ ਨੇ ਆਪਾਂ ਨੂੰ ਸਮਝਾਇਆ ਸੀ, ਗੱਗਾ ਗੁਰ ਕੇ ਬਚਨ ਪਛਾਨਾ। ਇਹ ਗੁਰ ਸ਼ਬਦ ਦੀ ਹੀ ਗੱਲ ਸੁਣਨੀ ਹੈ, ਉਹਨੂੰ ਹੀ ਵਿਚਾਰਨਾ, ਉਹੀ ਪਾਰ ਨਿਕਲਣਗੇ। ਭਗਤ ਕਬੀਰ ਜੀ ਕਹਿੰਦੇ ਜਿਹੜੇ ਸੰਸਾਰੀ ਮੱਤਾਂ ਨੇ ਉਹ 'ਚ ਅਸੀਂ ਉਲਝ ਜਾਂਦੇ ਹਾਂ। ਸਾਡਾ ਜਿਹੜਾ ਧਿਆਨ ਕਨਵਰਟ ਹੋ ਜਾਂਦਾ, ਜਦੋਂ ਸਮਾਂ ਆ ਜਾਂਦਾ। ਬਿਰਧ ਪਿਓ ਸੂਝੇ ਨਹੀਂ ਕਾਲ ਪਹੁੰਚੇ ਹੋਣ, ਜਦੋਂ ਸਮਾਂ ਆ ਜਾਂਦਾ। ਕਹੋ ਕਬੀਰ ਤਬ ਹੀ ਨਰ ਜਾਗੇ, ਜਮ ਜਮ ਕਾ ਡੰਡ ਮੂਡ ਮੈ ਲਾਗੇ। ਜਾਗਦੀ ਤਾਂ ਹੈ ਆਤਮਾ, ਪਰ ਜਦੋਂ ਸਮਾਂ ਨਿਕਲ ਜਾਂਦਾ। ਉਹੀ ਸਤਿਗੁਰ ਸਮਝਾਉਂਦੇ ਨੇ, ਸੀਲ ਸੰਤੋਖ ਸਦਾ ਨਹਿ ਵਹਿਬੋ, ਹੋਵੋ ਤਰਹਿ ਗੁਣ ਤੀ। ਤਿੰਨ ਗੁਣ ਮਾਇਆ, ਰਜ ਗੁਣ ਸਤਗੁਣ ਤਮ ਗੁਣ ਕਹੀਏ, ਸਭ ਤੇਰੀ ਮਾਇਆ। ਇਹ ਪਾਰ ਕਰਨੀ ਆਪਾਂ ਆਪਣੀ ਮੱਤ ਨਾਲ ਕਿਵੇਂ ਪਾਰ ਕਰਾਂਗੇ? ਪਾਰ ਅਪਾਰ ਪ੍ਰੀਤਮ ਗੁਰ ਸ਼ਬਦ ਲੰਘਾਵੇ। ਗੁਰ ਸ਼ਬਦ ਦੇ ਗਿਆਨ ਨੇ ਸਾਨੂੰ ਮਾਇਆ ਪਾਰ ਕਰਾ ਦੇਣੀ ਹੈ। ਫਿਰ ਹਰ ਦਾ ਦਰਸ਼ਨ ਹੁੰਦਾ, ਉਦੋਂ ਬਾਅਦ ਸਾਡੀ ਨਾਮ ਦੀ ਭਗਤੀ ਸ਼ੁਰੂ ਹੁੰਦੀ ਹੈ। ਪਿੱਛੇ ਵੀ ਆਪਾਂ ਵਿਚਾਰ ਕੀਤੀ ਹੈ ਵੀ ਜੀਵ ਦਾ ਸੰਸਾਰ 'ਚ ਆਉਣ ਦਾ ਕੀ ਕਾਰਨ ਹੈ। ਇੱਕ ਹੀ ਟਾਰਗੇਟ ਹੈ ਬਾਣੀ ਦਾ, ਸਤਿਗੁਰ ਸਾਹਿਬਾਨਾਂ ਦਾ। ਚਾਰ ਪਦਾਰਥ ਜੇ ਕੋ ਮੰਗੇ, ਸਾਧ ਜਨਾਂ ਕੀ ਸੇਵਾ ਲਾਗੇ। ਸਾਧ ਜਨਾਂ ਦੀ ਬਾਣੀ ਹੈ, ਭਗਤ ਜਨਾਂ ਦੀ ਬਾਣੀ ਹੈ ਭਾਈ। ਇਹ ਚਾਰ ਪਦਾਰਥਾਂ ਦੀ ਆਪਾਂ ਪ੍ਰਾਪਤੀ ਕਰਨੀ ਹੈ।
ਪਹਿਲਾਂ ਆਪਾਂ ਨੂੰ ਗਿਆਨ ਮਿਲੂਗਾ ਗੁਰ ਸ਼ਬਦ 'ਚੋਂ, ਫਿਰ ਮੁਕਤੀ ਸੰਤੋਖ ਦੂਈ, ਫਿਰ ਤੀਜਾ ਨਾਮ ਦੀ ਭਗਤੀ ਆਪਣੀ ਸ਼ੁਰੂ ਹੋਊਗੀ। ਉਹ ਦੇਵਲੋਕ ਹੈ, ਅੱਖਾਂ ਕੰਨਾਂ ਦਾ ਵਿਸ਼ਾ ਨਹੀਂ ਹੈ। ਉਦੋਂ ਬਾਅਦ ਫਿਰ ਜਿਹੜਾ ਇਹਦਾ ਜਨਮ ਹੋਣਾ, ਜਦੋਂ ਹੁਕਮ 'ਚ ਸਮਾਉਂਦੀ ਹੈ ਆਤਮਾ। ਇਹ ਚਾਰ ਪਦਾਰਥ ਆਪਾਂ ਲੈਣੇ ਹੈ, ਇਹ ਗੁਰੂ ਭਗਤਾਂ ਦਰਸਾਏ ਰਾਹ 'ਤੇ ਚੱਲ ਕੇ ਆਪਾਂ ਮਿਲਣੇ ਨੇ। ਉਹ ਸਤਿਗੁਰ ਸਮਝਾਉਂਦੇ ਨੇ, ਹੈ ਵੋ ਤ੍ਰੈ ਗੁਣ ਅਤੀਤ। ਇਹ ਤਿੰਨ ਗੁਣਾਂ ਤੋਂ ਪਾਰ ਨਿਕਲਣਾ ਆਪਾਂ। ਅਤੀਤ ਆਪਣੇ ਸ਼ਬਦ ਪ੍ਰੀਤਮ ਸਤਿਗੁਰ ਸੱਜਣ ਮਿਲਿਆ, ਉਹਦੇ ਵਿੱਚ ਆਪਾਂ ਲੈ ਹੋਣਾ ਵਾ। ਪਰ ਗੁਰੂ ਸਾਹਿਬਾਨਾਂ ਦੇ ਰਾਹ 'ਤੇ ਚੱਲ ਕੇ ਹੀ ਆਪਾਂ ਨੂੰ ਇਹ ਪ੍ਰਾਪਤੀ ਹੋਣੀ ਆ। ਕਿ ਸਤਿਗੁਰ ਕੀ ਸਮਝਾਉਂਦੇ ਆ, ਕਾਮ ਕ੍ਰੋਧ ਹੰਕਾਰ ਲੋਭ ਹਠ ਮੋਹ ਨਾ ਮਨ ਸਿਉ ਲਾਵੇ। ਇਹ ਵਿਕਾਰਾਂ ਤੋਂ ਆਪਾਂ ਖਹਿੜਾ ਛਡਾਉਣਾ। ਆਪਦੀ ਮਤ ਨਾਲ ਤਾਂ ਆਪਾਂ ਛਡਾ ਨਹੀਂ ਸਕਦੇ। ਸੁਖਮਨੀ ਸਾਹਿਬ ਸਤਿਗੁਰਾਂ ਦੇ ਵਚਨ ਲਈਏ ਆਪਾਂ, ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਹੇ ਮੇਵ, ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ। ਇਹ ਗਿਆਨ ਦੀ ਗੁਰਦੇਵ ਕਿਰਪਾ ਰਹਿਮਤ ਕਰ, ਸਾਡਾ ਜਮਾ ਵਿਕਾਰਾਂ ਤੋਂ ਖਹਿੜਾ ਛੁੱਟ ਜਾਵੇ। ਸਾਡਾ ਹਲੇ ਜਮਾ ਤੋਂ ਛੁਟਕਾਰਾ ਹੋਇਆ ਨਹੀਂ, ਭਗਤ ਅਸੀਂ ਪਹਿਲਾਂ ਬਣ ਜਾਂਦੇ, ਸਾਨੂੰ ਭਰਮ ਪੈ ਜਾਂਦਾ ਵਾ। ਜਿਨ ਹਰ ਨਿਰਭਉ ਤੇ ਆਇਆ ਟੂਟੀ ਜਮ ਕੀ ਫਾਸੀ। ਰਹਿ ਰਾਸ ਰੋਜ਼ ਪੜ੍ਹਦੇ ਵੀ ਆ, ਹਲੇ ਜਮਾ ਨੇ ਸਾਨੂੰ ਛੱਡਿਆ ਨਹੀਂ, ਭਗਤ ਅਸੀਂ ਪਹਿਲਾਂ ਬਣ ਜਾਂਦੇ ਹਾਂ। ਉਹੀ ਤਾਂ ਭਰਮ ਹੈ ਭਾਈ। ਇਹ ਸਾਨੂੰ ਗਿਆਨ ਤੋਂ ਹੀ ਸਾਰੀ ਖੇਲ ਸਮਝ ਆਉਣੀ। ਉਹੀ ਸਤਿਗੁਰ ਸਮਝਾਉਂਦੇ ਨੇ, ਕਾਮ ਕ੍ਰੋਧ ਹੰਕਾਰ ਲੋਭ ਹਟ ਜੋ ਕਰਦੇ ਹਾਂ ਅਸੀਂ, ਇਹ ਵਿਕਾਰਾਂ ਤੋਂ ਛੁਟਕਾਰਾ ਪਾਉਣਾ ਵਾ। ਇਹ ਗੁਰ ਕੀ ਕਿਰਪਾ ਲੈਣੀ ਹੈ, ਫਿਰ ਸਾਡਾ ਛੁਟਕਾਰਾ ਹੋਣਾ ਵਾ। ਅੱਗੇ ਸਤਿਗੁਰ ਕੀ ਸਮਝਾਉਂਦੇ ਆ, ਤਬ ਹੀ ਆਤਮ ਤੱਤ ਕੋ ਦਰਸੇ ਪਰਮ ਪੁਰਖ ਕਹਿ ਪਾਵੇ। ਫਿਰ ਤੁਸੀਂ ਪਰਮ ਪੁਰਖ ਦਾ ਜਸ ਕਰ ਸਕਦੇ ਹੋ। ਉਹੀ ਗੁਰਸਿੱਖ ਨੇ ਜਿਹੜੇ ਬਾਣੀ ਨੂੰ ਸੱਤ ਕਰਕੇ ਮੰਨਦੇ ਨੇ, ਉਹ ਪਰਮ ਪੁਰਖ ਤੱਕ, ਉਹਦੇ ਚਰਨਾਂ ਤੱਕ ਪਹੁੰਚ ਜਾਂਦੇ ਨੇ। ਉੱਥੇ ਕੀ ਜਾਣਾ, ਉੱਥੇ ਧਿਆਨ ਹੀ ਜਾਣਾ। ਜਿੱਥੇ ਲੇਖਾ ਮੰਗੀਏ ਤਿੱਥੇ ਦੇਹ ਜਾਤ ਨਾ ਜਾਏ। ਉੱਥੇ ਉੱਚੀ ਜਾਤੀ ਸੰਸਾਰੀ ਉੱਚੇ ਰੁਤਬੇ ਉੱਥੇ ਨਹੀਂ ਜਾਂਦੇ, ਇਹ ਤਾਂ ਸਰੀਰ ਨਾਲੇ ਸਮਾਪਤ ਹੋ ਜਾਂਦੇ ਨੇ। ਰਾਜਾ ਪ੍ਰਜਾ ਸਮ ਕਰ ਮਾਰੇ ਐਸੋ ਕਾਲ ਬਡਾ ਨੀਰੇ। ਭਗਤ ਜੀ ਸਮਝਾਉਂਦੇ ਨੇ, ਕਿੱਡਾ ਵੀ ਅਸੀਂ ਰੁਤਬਾ ਸੰਸਾਰ 'ਚ ਪ੍ਰਾਪਤ ਕਰ ਲਈਏ, ਰਾਜਾ ਜਾਂ ਹੋਰ ਵੀ ਕਿੰਨੀਆਂ ਪਦਵੀਆਂ ਪ੍ਰਾਪਤ ਕਰ ਲਈ, ਜਦੋਂ ਕਾਲ ਆਉਂਦਾ ਇੱਕ ਨਹੀਂ ਚੱਲਦੀ ਹੈਗੀ। ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਉਹੀ ਸਤਿਗੁਰ ਸਮਝਾਉਂਦੇ ਨੇ, ਤਬ ਹੀ ਆਤਮ ਤੱਤ ਕੋ ਦਰਸ। ਜਿਹੜੀ ਆਤਮਾ ਮਨ ਬੁੱਧੀ ਨੇ, ਫਿਰ ਇਹ ਤੱਤ ਗਿਆਨ ਦੀ ਪ੍ਰਾਪਤੀ ਕਰਦੇ ਨੇ। ਤੱਤ ਗਿਆਨ ਕੀ ਹੁੰਦਾ ਹੈ, ਨਾਮ ਤਤ ਸਭ ਹੀ ਸਿਰ ਜਾਪੇ, ਬਿਨ ਨਾਮੇ ਦੁੱਖ ਕਾਲ ਸੰਤਾਪੇ। ਸਾਨੂੰ ਕਾਲ ਦਾ ਦੁੱਖ, ਸੰਸਾਰੀ ਦੁੱਖ ਕਿਉਂ ਝੱਲਣੇ ਪੈਂਦੇ ਨੇ, ਨਾਮ ਤੋਂ ਬਿਨ। ਨਾਮ ਹੀ ਤਤ ਹੈ। ਨਾਮ ਦੀ ਭਗਤੀ ਕਰਨੀ ਹੈ ਅਸੀਂ। ਨਾਮ ਖਾਤਰ ਸਾਨੂੰ ਇਹ ਮਨੁੱਖਾ ਦੇਹੀ ਮਿਲੀ ਹੈ। ਉਹੀ ਸਤਿਗੁਰਾਂ ਨੇ ਸਮਝਾਇਆ। ਸਾਰੇ ਗੁਰੂ ਭਗਤ ਸਾਹਿਬਾਨਾਂ ਦਾ ਇੱਕੋ ਹੀ ਉਪਦੇਸ਼ ਹੈ, ਜੀਵ ਨੂੰ ਪਾਰ ਕਰਾਉਣਾ। ਬਾਣੀ ਸਾਨੂੰ ਮਾਇਆ ਪਾਰ ਕਰਾਉਂਦੀ ਹੈ। ਜਪਜੀ ਸਾਹਿਬ ਸਤਿਗੁਰਾਂ ਦੇ ਵਚਨ ਨੇ, ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਬਾਣੀ ਸਾਨੂੰ ਦੁੱਖ ਸਾਗਰ 'ਚੋਂ ਕੱਢ ਕੇ ਸੁੱਖ ਸਾਗਰ 'ਚ ਲੈ ਜਾਂਦੀ ਆ। ਪਰ ਸੁੱਖ ਸਾਗਰ ਅਸੀਂ ਤਾਂ ਪਹੁੰਚਾਂਗੇ ਜੇ ਗੁਰ ਕੀ ਮਤ ਲਾਂਗੇ। ਆਪਣੀ ਮਤ ਨਾਲ ਅੱਜ ਕੋਈ ਨਿਕਲਿਆ ਨਹੀਂ। ਇਹੀ ਆਪਾਂ ਵਿਚਾਰਨਾ, ਆਓ ਸਾਰੇ ਮਿਲ ਕੇ ਇਹਨੂੰ ਵਿਚਾਰਦੇ ਰਹੀਏ। ਸਾਡਾ ਵੀ ਸੰਸਾਰ 'ਤੇ ਆਉਣਾ ਸਫਲ ਹੋਵੇ, ਅਸੀਂ ਵੀ ਆਪਦੇ ਘਰ ਪਹੁੰਚੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।